ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਜੀ ਦਾ ਧੰਨਵਾਦ ਕਿ ਦੱਸਿਆ ਉਹਨਾਂ ਨੇ ਹਿਜਰਤ ਦੀ ਸਿੱਖ ਕੀ ਹੁੰਦਾ, ਮੈਨੂੰ ਵੀ ਨਹੀਂ ਸੀ ਪਤਾ। ਮੈਂ ਇੱਥੇ ਕੋਈ ਇਸ ਤਰ੍ਹਾਂ ਦਾ ਕੁਛ ਨਹੀਂ ਤੁਹਾਨੂੰ ਦੱਸਣ ਆਈ ਜਿਹੜਾ ਸ਼ਾਇਦ ਤੁਹਾਨੂੰ ਐਵੇਂ ਲੱਗੇ ਕਿ ਇਹਨੂੰ ਪਤਾ ਹੈ ਸਾਨੂੰ ਨਹੀਂ ਪਤਾ। ਮੈਂ ਤਾਂ ਇੱਥੇ ਸਿੱਖਣ ਹੀ ਆਈ ਹਾਂ, ਤੁਹਾਡੇ ਕੋਲੋਂ ਤੁਹਾਡੇ ਦਰਸ਼ਨ ਹੀ ਕਰਨ ਆਈ ਹਾਂ। ਮੈਂ ਵੀ ਰਾਤੀ ਕਈਆਂ ਨੂੰ ਪੁੱਛਿਆ ਸੀ ਕਿ ਹਿਜਰਤ ਦੀ ਸਿੱਖ ਕੀ ਹੁੰਦਾ, ਕਿਸੇ ਨੂੰ ਵੀ ਨਹੀਂ ਸੀ ਪਤਾ। ਇਹ ਫੈਕਟ ਹੈ। ਕਈਆਂ ਨੂੰ ਪੁੱਛਿਆ ਸੀ, ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ। ਉੱਦਾਂ ਦਾ ਇੰਗਲਿਸ਼ ਦਾ ਵਰਡ ਆਪਾਂ ਗੂਗਲ ਆਂਟੀ ਨੂੰ ਪੁੱਛ ਲੈਂਦੇ ਹਾਂ, ਅਤੇ ਇਹ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਕਿੱਥੋਂ ਪਤਾ ਲੱਗੇ ਇਹਦਾ ਕੀ। ਵੈਸੇ ਵੀਰ ਜੀ ਨੇ ਮੈਨੂੰ ਐਕਸਪਲੇਨੇਸ਼ਨ ਭੇਜੀ ਸੀ, ਪਰ ਉਹ ਜਸਟ ਇੱਕ ਵਰਡ ਇੰਗਲਿਸ਼ ਦਾ ਭੇਜਿਆ ਸੀ, ਉਹ ਮੈਚ ਨਹੀਂ ਕਰ ਰਿਹਾ ਸੀ ਉਹਦੇ ਨਾਲ ਜਿਹੜੀ ਐਕਸਪਲੇਨੇਸ਼ਨ ਹੁਣ ਮਿਲੀ ਹੈ ਇੱਥੇ ਨਾ। ਸੋ ਮੈਨੂੰ ਇਵੇਂ ਲੱਗਦਾ ਕਿ ਜਿਹੜਾ ਕੁਛ ਉਸ ਟੌਪਿਕ 'ਤੇ ਅਸੀਂ ਕਵਰ ਕਰਨਾ ਹੈ ਕਿ ਅਸੀਂ ਉਹਨੂੰ ਡਾਇਸਪੋਰਾ ਕਹਿ ਦਿੰਦੇ ਹਾਂ, ਕਿ ਜਿਹੜੇ ਇੱਥੋਂ ਗਏ ਨੇ ਪਰ ਧਿਆਨ ਇੱਧਰ ਹੈ ਔਰ ਰੂਟ ਇੱਥੇ ਹੀ ਹੈ, ਜੜ੍ਹਾਂ ਇੱਥੇ ਹੀ ਨੇ, ਭਾਵੇਂ ਉਹ ਮਨ ਕਰਕੇ ਹੋਏ ਭਾਵੇਂ ਤਨ ਕਰਕੇ ਹੋਏ। ਉਹਦੇ 'ਤੇ ਮੈਨੂੰ ਚੰਗਾ ਲੱਗੇਗਾ ਕਿ ਆਪ ਪੁੱਛੋ ਤੁਹਾਨੂੰ ਕੀ ਸਵਾਲ ਨੇ, ਕਿਉਂਕਿ ਇੱਕ ਉਹ ਘਾੜਤ ਕੜੀ ਹੋਈ ਹੈ ਮਨ ਦੇ ਵਿੱਚ ਕਿ ਇਸ ਤਰ੍ਹਾਂ ਹੋਏਗਾ, ਇਸ ਤਰ੍ਹਾਂ ਹੋਏਗਾ ਨਾ, ਸੁਣੀ ਸੁਣਾਈ ਗੱਲ ਹੋਏਗੀ, ਇਨਵਿਜ਼ਿਬਿਲਿਟੀ ਉਹਦੇ ਵਿੱਚ। ਮੈਨੂੰ ਚੰਗਾ ਲੱਗੇਗਾ ਕਿ ਤੁਸੀਂ ਪੁੱਛੋ ਉਹਦੇ ਬਾਰੇ ਕਿ ਹੋ ਸਕਦਾ ਮੈਨੂੰ ਪਤਾ ਹੋਏ, ਹੋ ਸਕਦਾ ਨਾ ਪਤਾ ਹੋਏ, ਪਰ ਅਸੀਂ ਉਹਦੀ ਗੋਸ਼ਟ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ ਸੰਗਤ ਰੂਪ ਦੇ ਵਿੱਚ। ਅਤੇ ਨਾਲ ਹੀ ਜਦੋਂ ਅਸੀਂ ਸਵੇਰੇ ਟਰੈਵਲ ਵੀ ਕਰ ਰਹੇ ਸੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਸ ਕੈਂਪ ਦਾ ਮਨੋਰਥ ਕੀ ਹੈ, ਵੀ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਦਾ ਮਨੋਰਥ, ਕਿਉਂਕਿ ਹਰ ਇੱਕ ਜਦੋਂ ਕੋਈ ਉੱਦਮ ਕੀਤਾ ਜਾਂਦਾ ਉਹਦੇ ਪਿੱਛੇ ਕੋਈ ਵੱਡਾ ਮਨੋਰਥ ਹੁੰਦਾ ਨਾ। ਫਿਰ ਮੈਨੂੰ ਜਿੰਨੀ ਸਮਝ ਲੱਗੀ, ਮੈਨੂੰ ਪੋਸਟਰ ਵੀ ਦਿਖਾਏ ਗਏ, ਉਹਦੇ ਵਿੱਚ ਕੀ ਲਿਖਿਆ ਹੈ, ਕੀ ਪਰਪਸ ਹੈਗਾ, ਤਾਂ ਕਾਫੀ ਵੈਰਾਈਟੀ ਹੈ, ਬਹੁਤ ਬਰੋਡ ਹੈਗਾ ਕਿ ਤੁਸੀਂ ਕੀ ਕੀ ਕਵਰ ਕਰਨਾ ਹੈ ਇਸ 2 ਦਿਨਾਂ ਦੇ ਵਿੱਚ। ਅਤੇ ਜਿਸ ਫੀਲਡ 'ਚ ਮੇਰੀ ਸੇਵਾ ਲੱਗੀ ਉਹਦੇ 'ਚ ਕੁਛ ਉਹਦੇ 'ਚ ਲਿਖਿਆ ਸੀ ਤਾਂ ਸਿੱਧਾ ਮੇਰੀ ਨਜ਼ਰ ਉੱਥੇ ਚੱਲ ਗਈ, ਤਾਂ ਅਸੀਂ ਕਿਹਾ ਸੀ ਉਹਦੇ ਬਾਰੇ ਹੀ ਗੱਲ ਕਰਾਂਗੇ। ਤੁਸੀਂ ਕਾਫੀ ਜਿਹੜੇ ਕਰੰਟ ਅਫੇਅਰਸ ਨੇ ਜਾਂ ਮੁੱਦੇ ਨੇ ਜਾਂ ਮਸਲੇ ਨੇ, ਪੰਥਕ ਮਸਲੇ ਹੋਣ ਜਾਂ ਇੰਡੀਵਿਜੂਅਲ ਸ਼ਖਸੀ ਮਸਲੇ ਹੋਣ, ਉਹਨਾਂ 'ਤੇ ਤੁਸੀਂ ਗੱਲ ਕਰ ਰਹੇ ਹੋ ਔਰ ਬਹੁਤ ਅੱਛੀ ਗੱਲ ਹੈ, ਕਿਉਂਕਿ ਜਦੋਂ ਅਸੀਂ ਐਜ਼ ਏ ਪੰਥ, ਐਜ਼ ਏ ਕੌਮ ਅਵੇਅਰ ਹੋਵਾਂਗੇ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਏਗਾ ਅਤੇ ਤਾਂ ਹੀ ਕੁਛ ਕਰ ਪਾਵਾਂਗੇ ਨਾ। ਜਿਸ ਤਰ੍ਹਾਂ ਹੁਣੇ ਕੋਈ ਸਵਾਲ ਸੀ ਅਤੇ ਵੀਰ ਜੀ ਨੇ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਸੀ ਉਹਦੇ 'ਤੇ ਅਸੀਂ ਕੀ ਕਰਨਾ ਸੀ। ਅਤੇ ਅਸੀਂ ਕਿਉਂਕਿ ਉਸ ਪਰਸਪੈਕਟਿਵ 'ਚ ਨਹੀਂ ਰਹਿਣਾ ਕਿ ਕਿਸੇ ਨੇ ਕੁਛ ਨਹੀਂ ਕੀਤਾ। ਜਿਹਨੂੰ ਪਤਾ ਲੱਗ ਗਿਆ, ਜਦੋਂ ਪਤਾ ਲੱਗ ਗਿਆ, ਉਦੋਂ ਹੀ ਖੰਡਾ ਖੜਕਾ ਦਿਓ, ਉਦੋਂ ਹੀ ਤਿਆਰੀ ਕਰ ਲਓ ਕਿ ਜਿਹਨੂੰ ਪਤਾ ਲੱਗਿਆ ਉਹਦੀ ਜ਼ਿੰਮੇਵਾਰੀ ਬਣੀ ਨਾ। ਜਿਹਨੂੰ ਸੋਝੀ ਹੈ, ਸੋਝੀ ਕਿਵੇਂ ਹੋਏਗੀ? ਜਿਵੇਂ ਆਪ ਜੀ ਸਾਰੇ ਬੈਠੇ ਹੋ, ਸੰਗਤ ਵਿੱਚ ਆਉਂਗੇ, ਇੱਥੇ ਵਿਚਾਰ ਹੋਏਗੀ, ਗੋਸ਼ਟ ਹੋਏਗੀ, ਤਾਂ ਉਹਦੇ ਨਾਲ ਸੋਝੀ ਹੋਏਗੀ। ਠੀਕ ਹੈ। ਸੋ ਆਪਾਂ ਉਸ ਚੀਜ਼ 'ਤੇ ਜਿਹੜਾ ਹਿਜਰਤੀ ਪੱਖ ਹੈਗਾ, ਮੈਨੂੰ ਐਵੇਂ ਲੱਗਿਆ ਕਿ ਭਾਵੇਂ ਕੋਈ ਗੁਰੂ ਦਾ ਸਿੱਖ ਇੱਥੇ ਬੈਠਾ ਹੈ, ਭਾਵੇਂ ਕੋਈ ਸਮੁੰਦਰੋਂ ਪਾਰ ਬੈਠਾ ਹੈ ਜਾਂ ਦੇਸ਼ ਦੇ ਵਿੱਚ ਹੀ ਕਿਤੇ ਦੂਰ ਬੈਠਾ ਹੈ। ਹੁਣ ਕੋਈ ਪੰਜਾਬ 'ਚ ਬੈਠਾ, ਕੋਈ ਦਿੱਲੀ 'ਚ ਬੈਠਾ ਹੈ, ਕਾਫੀ ਦੂਰੀ ਹੈ ਨਾ, ਡਿਸਟੈਂਸ ਤਾਂ ਕਾਫੀ ਹੈ। ਹੁਣ ਕਿਸੇ ਨਾਲ ਗੱਲ ਚੱਲ ਰਹੀ ਸੀ ਸਵੇਰੇ ਹੀ, ਅੱਜ ਸਵੇਰੇ ਸੇਵਾ ਸੀ, ਉਸ ਤੋਂ ਬਾਅਦ ਕੁਛ ਵੀਰ ਖੜ੍ਹੇ ਹੋ ਗਏ ਔਰ ਉਹ ਗੱਲ ਕਰ ਰਹੇ ਸੀ, ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਅਗਲੀ ਵਾਰ ਅਸੀਂ ਤੁਹਾਨੂੰ ਨਹੀਂ ਮਿਲਾਂਗੇ। ਤਾਂ ਮੇਰਾ ਕੁਐਸਚਨ ਸੀ ਕਿਉਂ? ਅਸੀਂ ਕੈਨੇਡਾ ਜਾ ਰਹੇ ਹਾਂ। ਤਾਂ 2-3 ਖੜ੍ਹੇ ਸੀ, ਸਾਰੇ ਹੀ ਜਾ ਰਹੇ ਨੇ, ਅਤੇ ਉਹ ਲੰਬੀ ਚੌੜੀ ਡਿਸਕਸ਼ਨ ਹੋ ਰਹੀ ਹੈ ਜਿਸ ਦਿਨ ਦੇ ਅਸੀਂ ਆਏ ਹਾਂ ਇੱਥੇ, ਕਿ ਇਹਦਾ ਕਾਰਨ ਕੀ ਹੈ ਬਹੁਤਾ ਵੱਡਾ। ਤਾਂ ਜ਼ਿਆਦਾ ਇਹੀ ਸੁਣਨ ਨੂੰ ਮਿਲ ਰਿਹਾ ਕਿ ਇੱਥੇ ਕੁਛ ਹੈ ਨਹੀਂ, ਇੱਥੇ ਕੁਛ ਅੱਗੇ ਫਿਊਚਰ ਨਹੀਂ। ਪਰ ਜਿਹੜੀ ਇੱਕ ਗੱਲ ਉਹਨਾਂ ਨੇ ਹੋਰ ਕਹੀ, ਉਹ ਇਹ ਕਹੀ ਕਿ ਇੱਥੋਂ ਉੱਠ ਕੇ ਵੀ ਤਾਂ ਦਿੱਲੀ, ਪੂਨੇ, ਬੰਗਲੌਰ ਜਾਣਾ ਪੈਣਾ, ਅਤੇ ਉੱਥੇ ਕੀ ਅਤੇ ਉੱਥੇ ਕੀ। ਪਤਾ ਨਹੀਂ ਇਹ ਰੀਜ਼ਨ ਕਿੰਨਾ ਕੁ ਵੈਲਿਡ ਹੈ ਤੁਹਾਡੀਆਂ ਨਜ਼ਰਾਂ ਦੇ ਵਿੱਚ, ਪਰ ਦੇਸ਼ 'ਚ ਤਾਂ ਹੈ ਨਾ। ਮੈਂ ਤੁਹਾਨੂੰ ਗੱਲ ਕਹਿ ਨਹੀਂ ਸਕਦੀ ਕਿਉਂਕਿ ਮੈਂ ਆਪ ਇਸ ਦੇਸ਼ 'ਚ ਨਹੀਂ ਹਾਂ, ਅਤੇ ਮੈਨੂੰ ਹੱਕ ਨਹੀਂ ਬਣਦਾ ਮੈਂ ਤੁਹਾਨੂੰ ਕਹਾਂ ਵੀ ਜਾਓ ਜਾਂ ਨਾ ਜਾਓ, ਕਿਉਂਕਿ ਉਹੀ ਬੋਲ ਸਕਦਾ ਹੈ ਜਿਹੜਾ ਆਪ ਕਮਾ ਰਿਹਾ ਉਸ ਚੀਜ਼ ਨੂੰ। ਪਰ ਇੱਕ ਵਾਰੀ ਉਸ ਚੀਜ਼ ਨੂੰ ਮਨ ਖੋਲ੍ਹ ਕੇ ਵਿਚਾਰ ਕਰੀਏ ਕਿ ਜੋ ਇੱਥੇ ਹੈ, ਜੋ ਸਪੈਸ਼ਲੀ ਪੰਜਾਬ ਵਿੱਚ ਹੈ ਜਾਂ ਦੇਸ਼ ਵਿੱਚ ਵੀ ਹੈ, ਜੇ ਇੱਥੇ ਨਹੀਂ ਕਿਤੇ ਜਾਣਾ ਵੀ ਪੈ ਰਿਹਾ, ਤੁਹਾਡੀਆਂ ਲਿਮੀਟੇਸ਼ਨਸ ਕੀ ਨੇ ਪੰਜਾਬ ਦੀ ਧਰਤੀ 'ਤੇ ਆਉਣ ਦੀਆਂ? ਜੇ ਤੁਸੀਂ ਦੂਰ ਵੀ ਕਿਤੇ ਚੱਲ ਗਏ ਹੋ, ਜੇ ਉਹਨੂੰ ਕੰਪੇਅਰ ਕਰੋ ਜਿਹੜਾ ਕਿ ਸਮੁੰਦਰੋਂ ਪਾਰ, ਜਿਹਨੂੰ ਅਸੀਂ ਪ੍ਰਵਾਸੀ ਕਹਿ ਦਿੱਤਾ ਜਾਂ ਹਿਜਰਤੀ ਕਹਿ ਦਿੱਤਾ, ਬਹੁਤ ਜ਼ਿਆਦਾ ਫਰਕ ਹੈ ਉਸ ਚੀਜ਼ ਦੇ ਵਿੱਚ।
कह लो मेरे एक्सपीरियंस ਦੇ ਵਿੱਚ हो सकता ਤੁਹਾਡੇ ਲਈ ਨਾ ਇਹ ਚੀਜ਼ ਹੋਏ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ, ਪਰ ਮੈਨੂੰ ਐਵੇਂ ਲੱਗਦਾ ਕਿ ਬਹੁਤ ਫਰਕ ਹੈ ਉਸ ਚੀਜ਼ ਦਾ। ਔਰ ਜੇ ਸਭ ਕੁਝ ਹੈ ਇੱਥੇ ਔਰ ਜਿਹੜੇ ਮਸਲਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਜੇ ਅਸੀਂ ਹੀ ਸਾਰੇ ਚਲੇ ਗਏ ਤਾਂ ਉਹ ਮਸਲਿਆਂ 'ਤੇ ਕੰਮ ਕੌਣ ਕਰੇਗਾ? ਕਿਸੇ ਨੂੰ ਜ਼ਿੰਮੇਵਾਰੀ ਦੇ ਜਾਵਾਂਗੇ। ਤੁਹਾਡਾ ਕੋਈ ਬੜਾ ਵਧੀਆ ਬਿਜ਼ਨਸ ਚੱਲਦਾ ਹੋਏ ਨਾ, ਤੁਸੀਂ ਸਾਰੀ ਡੋਰੀ ਕਿਸੇ ਨੂੰ ਦੇ ਕੇ ਨਹੀਂ ਜਾਓਗੇ, ਦੇ ਦੋਗੇ 100%। ਅੱਲਾ ਬੈਂਕ ਅਕਾਊਂਟ ਵੀ ਲੈ ਲੈ, ਚੈੱਕ ਬੁੱਕ ਵੀ ਲੈ ਲੈ, ਇੱਦਾਂ ਕਰਨਾ ਹੈ, ਇੱਦਾਂ ਚੱਲਦਾ ਹੈ। ਤੁਸੀਂ ਥੋੜ੍ਹੀ ਬਹੁਤੀ ਡੈਲੀਗੇਸ਼ਨ ਤਾਂ ਕਰ ਦੋਗੇ ਕਿ ਆਹ ਵਾਲੀਆਂ ਜੋਬਸ ਨੇ ਮੇਰੇ ਆਉਂਦਿਆਂ ਤੱਕ ਕਰ ਦੇਂ, ਬਾਕੀ ਸਾਰਾ ਕੁਝ ਤਾਂ ਨਹੀਂ ਦੇ ਕੇ ਜਾਓਗੇ। ਇਵੇਂ ਹੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਵੇਰੇ ਜਾਂ ਹੋਰ ਵੀ ਵਿਚਾਰ ਹੋਈ ਹੋਏਗੀ ਸੋ ਫਾਰ, ਇਹ ਸਾਨੂੰ ਆਪ ਹੀ ਜ਼ਿੰਮੇਵਾਰੀ ਲੈਣੀ ਪਏਗੀ, ਇੱਥੇ ਰਹਿ ਕੇ ਜਾਂ ਕਿਤੇ ਵੀ ਰਹਿ ਕੇ, ਜਿੱਥੇ ਜਿੱਥੇ ਆਪ ਜੀ ਦੀ ਸੇਵਾ ਲੱਗੀ। ਜੇ ਤਾਂ ਤੁਹਾਡਾ ਪਰਪਸ ਗੁਰੂ ਵੱਲ ਹੈ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਕਿਤੇ ਵੀ ਤੁਹਾਡਾ ਇੱਕ ਪਰਪਸ ਮਤਲਬ ਕਹਿੰਦਾ ਇੱਕ ਮਨੋਰਥ ਹਾਇਰ ਦੈਨ ਜਿਹੜਾ ਅਸੀਂ ਆਮ ਮਨੋਰਥ ਹਰ ਇੱਕ ਇਨਸਾਨ ਦਾ ਇੱਕ ਲਾਈਫ 'ਚ ਹੁੰਦਾ ਹੀ ਹੈ, ਮਤਲਬ ਕਮਾ ਲਿਆ, ਪੜ੍ਹ ਲਿਆ, ਖਾ ਲਿਆ, ਕੁਛ ਫੈਮਿਲੀ ਦਾ ਧਿਆਨ ਰੱਖ ਲਿਆ, ਘਰ-ਬਾਰ ਬਣਾ ਲਏ, ਉਹ ਤਾਂ ਹਰ ਇੱਕ ਦਾ ਹੀ ਹੈ ਨਾ, ਉਹ ਤਾਂ ਪਸ਼ੂ ਪੰਛੀਆਂ ਦਾ ਵੀ ਹੈ। ਪਰ ਜੇ ਉਸ ਤੋਂ ਉੱਤੇ ਮਨੋਰਥ ਸਾਡਾ ਹੈ ਔਰ ਉਹ ਕਿਤੇ ਵੀ ਰਹਿ ਕੇ ਅਸੀਂ ਉਸ ਚੀਜ਼ ਨੂੰ ਪੂਰਾ ਕਰ ਪਾ ਰਹੇ ਹਾਂ ਜਾਂ ਕਰ ਸਕਦੇ ਹਾਂ, ਤਾਂ ਉਸ ਵਿੱਚ ਫਿਰ ਠੀਕ ਹੈ, ਮਤਲਬ ਉਹ ਅਸੀਂ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ। ਇਹ ਤੁਹਾਨੂੰ ਸੋਚਣਾ ਪਏਗਾ ਕਿ ਉਹ ਕਿੱਦਾਂ ਹੋ ਸਕਦਾ। ਸਮੱਸਿਆ ਦੀ ਗੱਲ ਕਰਨਾ ਬਹੁਤ ਅੱਛੀ ਹੈ ਕਿਉਂਕਿ ਅਵੇਅਰਨੈਸ ਹੋ ਰਹੀ ਹੈ, ਸੋਝੀ ਹੋ ਰਹੀ ਹੈ, ਪਰ ਅੱਗੇ ਕੀ, ਅਗਲਾ ਸਟੈਪ ਕੀ ਹੈਗਾ? ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਸਵੇਰ ਦੀ, ਉਹਦੇ ਨਾਲ ਤੁਹਾਨੂੰ ਕੁਝ ਲੱਗਿਆ ਕਿ ਠੀਕ ਹੈ ਅੱਜ ਤੱਕ ਐਵੇਂ ਹੋਇਆ, ਪਰ ਮੇਰੇ ਕੋਲ ਆਈਡੀਆ ਹੈ, ਮੇਰੇ ਕੋਲ ਨਹੀਂ ਮਤਲਬ ਤੁਹਾਡੇ ਕੋਲ, ਤੁਸੀਂ ਇਹ ਸੋਚਿਆ ਕਿ ਹਾਂ ਇਹ ਮੈਨੂੰ ਸਮੱਸਿਆ ਸਮਝ ਲੱਗ ਗਈ। ਹੁਣ ਪਾਣੀ ਦੀ ਸਮੱਸਿਆ ਦੀ ਗੱਲ ਉੱਥੇ ਵੀ ਬਹੁਤ ਹੁੰਦੀ ਹੈ, ਉੱਥੇ ਬਾਰੇ ਨਹੀਂ ਹੁੰਦੀ, ਪੰਜਾਬ ਬਾਰੇ ਹੁੰਦੀ ਹੈ, ਖੁੱਲ੍ਹ ਕੇ ਗੱਲ ਹੁੰਦੀ ਹੈ, ਆਈਡੀਆਜ਼ ਵੀ ਡਿਸਕਸ ਹੁੰਦੇ ਨੇ, ਅਗਲਾ ਸਟੈਪ ਕੌਣ ਲਏ, ਕਿਵੇਂ ਲਿਆ ਜਾਏ। ਇਹ ਸਾਡੀ ਲੀਡਰਸ਼ਿਪ ਹੈ। ਲੀਡਰਸ਼ਿਪ ਕੌਣ ਹੈ? ਤੁਸੀਂ ਸਾਰੇ। ਵੇਟ ਨਾ ਕਰੀਏ, ਉਡੀਕ 'ਚ ਨਾ ਬੈਠੀਏ ਕਿ ਸਾਨੂੰ ਕੋਈ ਆਏਗਾ ਲੀਡਰ, ਉਹ ਸਾਡੇ ਲੀਡਰ ਨਹੀਂ ਚੰਗੇ, ਉਹਨੇ ਇੱਦਾਂ ਕੀਤਾ, ਉਹ ਇੱਦਾਂ ਕਰ ਰਹੇ ਨੇ ਅਤੇ ਕੁਛ ਹੋ ਨਹੀਂ ਰਿਹਾ। ਔਖਾ ਹੈ ਪਰ ਇੰਪੋਸੀਬਲ ਨਹੀਂ ਹੈ। ਤੁਸੀਂ ਸਾਰੇ ਰਲ ਕੇ ਉਹ ਲੀਡਰਸ਼ਿਪ ਜਿਹੜੀ ਫਿਊਚਰ ਲੀਡਰਸ਼ਿਪ ਤੁਸੀਂ ਬਣ ਜਾਓ ਔਰ ਤੁਸੀਂ ਇੱਕ ਪੰਥਕ ਤੌਰ 'ਤੇ ਇੱਕ ਬਹੁਮਤ ਨਾਲ ਇੱਕ ਡਿਸੀਜਨ ਲਵੋ ਕਿ ਇਹ ਆਈਡੀਆਜ਼ ਨੇ, ਇਹਨਾਂ ਨੂੰ ਕਿਵੇਂ ਅਸੀਂ ਮੈਨੀਫੈਸਟ ਕਰਨਾ, ਕਿਵੇਂ ਅਸੀਂ ਪ੍ਰਗਟ ਕਰਨਾ। ਹੋ ਨਹੀਂ ਪਾਏਗਾ, ਔਖਾ ਤਾਂ ਹੈ। ਤੁਸੀਂ ਕਹੋਗੇ ਇਹਨੂੰ ਕੀ ਪਤਾ ਸਮੱਸਿਆ ਦਾ ਵਾ, ਸਾਡੇ ਨਾਲ ਕੀ ਹੁੰਦਾ। ਇਸ ਕਰਕੇ ਮੈਂ ਉਹ ਤੁਹਾਨੂੰ, ਮੇਰਾ ਹੱਕ ਨਹੀਂ ਹੈ ਕਿ ਮੈਂ ਤੁਹਾਨੂੰ ਉਹ ਚੀਜ਼ ਕਹਾਂ ਨਾ, ਕਿਉਂਕਿ ਜੋ ਤੁਸੀਂ ਫੇਸ ਕਰਦੇ ਹੋ ਉਹ ਮੈਂ ਨਹੀਂ ਕਰ ਰਹੀ, ਮੇਰੇ ਕੋਲ ਹੱਕ ਹੀ ਨਹੀਂ ਹੈ। ਪਰ ਫਿਰ ਵੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਸਕਦੀ ਹਾਂ ਕਿ ਤੁਹਾਡੇ ਕੋਲ ਆਈਡੀਆਜ਼ ਨੇ, ਤੁਹਾਡੇ ਕੋਲ ਸਟ੍ਰੈਟਜੀ ਵੀ ਹੈ, ਤਰੀਕਾ ਵੀ ਹੈ। ਤੁਹਾਡੇ ਕੋਲ ਜੇ ਲੀਡਰਸ਼ਿਪ ਨਹੀਂ ਹੈ ਤਾਂ ਤੁਸੀਂ ਲੀਡਰਸ਼ਿਪ ਦੀ ਵੇਟ ਨਾ ਕਰੋ, ਤੁਸੀਂ ਆਪ ਉਹ ਚੇਂਜ ਬਣ ਜਾਓ। ਮਤਲਬ ਉਹ ਚੇਂਜ ਦੀ ਵੇਟ ਨਾ ਕਰੋ, ਬੀ ਦ ਚੇਂਜ। ਗੁਰੂ ਨਾਨਕ ਸਾਹਿਬ ਵਾਸ ਦ ਚੇਂਜ, ਗੁਰੂ ਨਾਨਕ ਸਾਹਿਬ ਇਜ਼ ਦ ਚੇਂਜ। ਸਤਿਗੁਰੂ ਜੀ ਨੇ ਉਹ ਆਪ ਚੇਂਜ ਬਣੇ, ਕਿਸੇ ਦੀ ਵੇਟ ਨਹੀਂ ਕੀਤੀ ਕਿ ਕੋਈ ਆ ਕੇ ਕੋਈ ਲੀਡਰ ਜੇ। ਔਰ ਸਾਡੇ ਗੁਰੂ ਨੇ ਜੋ ਕੀਤਾ ਸਾਡੇ ਲਈ ਉਹੀ ਅੱਗੇ ਰਾਹ ਹੈਗਾ ਕਿ ਅਸੀਂ ਉਹਦੇ 'ਤੇ ਕਿਵੇਂ ਕਰਨਾ। ਸੋ ਜਿੱਥੇ ਵੀ ਗੁਰੂ ਦਾ ਲਾਲ, ਗੁਰੂ ਦਾ ਸਿੱਖ ਹੈਗਾ, ਪੰਥ ਕਿਸ ਚੀਜ਼ 'ਤੇ ਡਿਪੈਂਡ ਕਰਦਾ, ਉਹ ਇਸ ਦਾ ਪੰਥ ਹੈ ਕਿ ਕੌਣ ਹੈ ਪੰਥ। ਉਹਨੂੰ ਤਾਂ ਗੋਸ਼ਟ ਕਰਨ ਲਈ ਬੁਲਾਇਆ, ਤੁਸੀਂ ਚੁੱਪ ਪਾਏ ਤਾਂ ਮੈਂ ਵੀ ਚੁੱਪ ਸਕਦੇ ਹੋ, ਸਿੱਧਾ ਜਿਹਾ ਸਵਾਲ, ਠੀਕ ਹੈ, ਅਲਾਉਡ ਹੈ ਤਾਂ ਬੋਲੋ। ਅੱਜ ਪੰਥ ਕੌਣ ਹੈ? ਅੱਜ ਰਾਖਣਾ ਹੋ ਜਾਂ ਤਾਂ ਕੋਈ ਵੀ ਬੋਲੋ ਜਾਂ ਕੋਈ ਨਹੀਂ ਬੋਲਣਾ। ਇੱਥੋਂ ਲੀਡਰਸ਼ਿਪ ਸ਼ੁਰੂ ਹੋਣੀ ਹੈ। ਜੇ ਨਹੀਂ ਪਤਾ ਨਾ ਤੇ ਇਹ ਖੁੱਲ੍ਹ ਕੇ ਗਈ ਨਹੀਂ ਪਤਾ, ਸਾਨੂੰ ਉਹ ਮਾਸਕ ਦੀ ਲੋੜ ਨਹੀਂ, ਸਪੈਸ਼ਲੀ ਇੱਥੇ ਕੋਈ ਲੋੜ ਨਹੀਂ। ਹਾਂ ਕਿਤੇ ਬਾਹਰ ਜਾਈਏ, ਕਿਤੇ ਬਾਹਰ ਪਬਲਿਕ 'ਚ ਸਾਡਾ ਡੀਲਿੰਗ ਹੈਗੀ ਹੈ, ਉੱਥੇ ਕਈ ਵਾਰ ਸਾਨੂੰ ਲੱਤਾਂ ਕੰਬਦੀਆਂ ਵੀ ਹੁੰਦੀਆਂ, ਤਾਂ ਵੀ ਕਾਨਫਰੰਸ ਸ਼ੁਰੂ ਕਰਨਾ ਪੈਂਦਾ। ਉਹ ਕਰਨਾ ਚਾਹੀਦਾ ਹੀ ਹੈ ਕਿਉਂਕਿ ਗੁਰੂ ਦੇ ਸਿੱਖਾਂ, ਗੁਰੂ ਦੇ ਬਾਣੇ 'ਚ ਕਿਸੇ ਨੂੰ ਐਂ ਨਾ ਲੱਗੇ ਕਿ ਇਹ ਡਰਨਾ ਚਾਹੀਦਾ। ਇੱਥੇ ਤਾਂ ਅਸੀਂ ਖੁੱਲ੍ਹ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ ਨਾ। ਸੇ ਇਸ ਕਰਕੇ ਖਰੀਦ ਦੀ ਜ਼ਰੂਰਤ ਨਹੀਂ ਹੁੰਦੀ ਕਹਿੰਦੀ ਕਿ ਸਾਨੂੰ ਪਤਾ ਹੈ, ਨਹੀਂ ਪਤਾ ਕਿ ਉਹਦੀ ਬੋਲੀ ਕੀ ਕਹਿ ਦੋ, ਪਤਾ ਹੈ ਕਿ ਬੋਲੀ ਬੋਲੋ, ਠੀਕ ਹੈ। ਇਹ ਜਿੱਥੇ ਤੁਸੀਂ ਹੈਗੇ ਹੋ ਆਪਣੀ ਸਟੱਡੀਜ਼ ਤੋਂ ਜਾਂ ਜੋਬਸ ਤੋਂ, ਇਹ ਚੀਜ਼ ਉੱਥੇ ਵੀ ਲੈ ਕੇ ਚੱਲੋ।
कि तुहानू कोई पूछ रहा है, जरूरी नहीं कि असं आंसर पढ़ा के देंगे जस्ट टू प्रूव कि मैंने सारा कुछ पता है। समझे उसको? ये कह देना कोई हानि नहीं है कि मैंने इतना पता है, नहीं पता, पर हाँ मैं पता लग गया मैंने कि चीज़ का नहीं पता, वो जाके हूँ मैं अगे रिसर्च कर सकती। ये कोई नीले पढ़ वाली गल नहीं है। जैसे उदा ही किसी को कुछ अपनी मर्जी ना ली फिर उत्थे गड़बड़ सी, क्योंकि ऐसी गलत इन्फॉर्मेशन मिलती है। तो असं वापस अपने सवाल दे रहे हैं 5 पाउंड जी असं सारे सो असं इतने भी पढ़ना जो विजिट भी है तो भी पढ़ना और एक दूसरे का कनेक्टेड ना बहुत सारा साड़ी फिजिकल तौर पर गल ना हो किस ना हो साढ़े जो एक भी प्राणी कुछ इस तरह का करे जोड़ा कि पंथ ढा लग रही है तो सानू सारे करना है एग्री लगे। साढ़े जो एक भी प्राणी कुछ इस तरह का करे कि साडा सिर उच्चा होता है कि किहदा सिर उच्चा होता है साढ़े सारे इस गल एग्री करते। सो पहला तो यू ही समझती है कि असी दूसरे का सिर नीवा कर तो हट जाए क्योंकि साढ़े सिर नीवा हो जैसे अपने आप को पंथ कह रहे गुरु के खालसा कह रहे एक परिवार है फिर जो दूसरा कोई है ही दूसरा कोई है ही जो दूसरा कोई नहीं है तो फिर असं एक दूसरे को नीवा करने का कोई भी जो स्टैप होगा वो उसके अगेंस्ट नहीं पंथ के अगेंस्ट है। अच्छा फिर नवी गल दसो जो कुछ ठीक नहीं होगा पंथ कोई शख्सियत आंतरिक शख्सियत ठीक नहीं कर रही उत्थे की करेगी जो बोलना चाहे वो इतना कर सकता है ताकि सारे कथियां बोले अच्छा जबरदस्ती आ गई बोले कोई ना मैं बुला के चलना चंगी तरह ध्यान रख। हाँ जी दोबारा पूछ लिया किस सवाल से सवाल किस सवाल से हाँ बोल कर चलो बुलाना मैं माँ कहे मैं गलत बोल दूंगा बच्चा धीरे धीरे करेक्ट कर देना। हाँ जी मैं बोलो किसी हाँ आगे ठीक है किसी को कोई आइडिया है इस पर? हाँ जी थोड़ा ऊँचे बोलो गुरु ठीक है कि मैं करांगे हाँ जी ठीक है फिर उस कटते हैं एक दूसरे की गल किसी ने कहना है उन्होंने पंथ को शेक करो किसी ने कहना है विचार करो कोई भी विचार करो क्योंकि मल्टीपल ब्रेन्स मल्टीपल व्यूज मल्टीपल आइडियाज फिर अगे की करना मान लो तुम इस गुरमता के पार्ट हो अपने आप को पूछ के देखो थोड़ी की स्ट्रैटेजी होगी थोड़ा तरीका नहीं होगा करन की चाहोगे तुम कलर की भावना ही मेरी जान पता जे इस भावना ना जावांगे तो उन्होंने ठीक कर चलना वो इंसान गलत है वो करके इस तरह होया फिर उत्थे जाके पहले ही असी पॉलिटिक व्यू ना नहीं गए पर्सनल व्यू ना गए पर्सनल क्लैश है किसी को पार्वती नजर ना देखने गए तो काम खराब हो गया जो तुम इस भाव ना चाहोगे कि वो मेरे परिवार ना मैंबर और उस एक्शन ना या उस विचार ना या जो भी वो कर रहे हैं मेरे परिवार को नुकसान हो रहा है। परिवार कौन है? खालसा पंथ उन्होंने नुकसान हो रहा है तो वो परिवारक मैंबर के नाल असीं विचार करनी है कोशिश करनी है वही हेल्प करनी है ताकि वही हेल्प करते मेरी हेल्प मेरे सारे परिवार की हेल्प हो सके। ਤੁਹਾਨੂੰ ਕੀ ਲੱਗਦਾ ਉਹਦੇ ਵਿੱਚ ਤੁਹਾਡਾ ਤਰੀਕਾ ਤੁਹਾਡੇ ਵਚਨ ਤੁਹਾਡਾ ਬੋਲਣ ਦਾ ਢੰਗ ਔਰ ਤੁਹਾਡਾ ਕਨੈਕਸ਼ਨ ਚੇਂਜ ਹੋਏਗਾ ਕਿ ਨਹੀਂ ਹੋਏਗਾ ਨਾ ਕੋਈ ਫਰਕ ਨਹੀਂ ਪਏਗਾ ਕਿਵੇਂ ਹੋ ਜਾਏਗਾ ਕਿਉਂਕਿ ਤੁਹਾਡਾ ਹੀ ਦੇਖਣ ਦਾ ਢੰਗ ਔਰ ਸੋਚ ਦਾ ਢੰਗ ਵੀ ਚੇਂਜ ਹੋਏਗਾ ਬਦਲ ਗਿਆ ਸੋ ਉਹ ਕਿਵੇਂ ਹੋਏਗਾ ਜੇ ਪਹਿਲਾਂ ਤੁਹਾਡੀ ਆਪਣੀ ਰਹਿਣੀ ਕਹਿਣੀ ਸਿਆਣੀ ਬਹਿਣੀ ਸੈੱਟ
एक मैं पढ़िया सी थोड़े ਜਿਹੇ ਡਿਟੇਲਸ ਲਿਖਿਆ ਸੀਗਾ ਉਹਨੇ ਉਹਦਾ ਸਟੇਟ ਤੇ ਕਰੈਕਟ ਹੋ ਗਿਆ ਕਿ ਭਾਵੇਂ ਕੋਈ ਗੁਜ਼ਰਦੀ ਹੈ ਪ੍ਰਵਾਸੀ ਹੈ ਇੱਥੇ ਹੈ ਦੇਸ਼ 'ਚ ਹੈ ਪ੍ਰਦੇਸ਼ 'ਚ ਹੈ जो आप जुड़े है तो कितने भी जाएगा तो जोड़न की गल ही करे जो आप नहीं जुड़िया तो जितने मर्जी चल जाए इतने भावे कितने हो रहा है और जोड़न वाली गल नहीं सो असं थोड़ी जी गल थोड़ी जी विचार करेंगे कि असी अपने आप को किमें काम कर सकते ठीक है तो थोड़ा जहा आप होर फोकस बनावे और जब गुरु साहब की असीस लैके आप आगे चलेंगे और थोड़ी सी बेइज्जती करके थोड़े सावधान होकर बैठने की कोशिश करेंगे तो पता से लंबे समय तक बैठे कोई समय हो सकता है फिर अच्छा माहौल टिका हुआ है शांत है गुरु की रोज बैठे हुए हो कोई गाड़ी नहीं है फिर जाना इतने हो फिर मन को भी इतने रखिए मन पर देगा उसका थोड़ा जहा मन में थोड़ा चल के डाल के मन को समझा देना क्या अपना माँ उसका पढ़ रहे फिर उसको वैसे भी करना सबको सब दस चलाना फिर चलाना जो जीवन मानुष का गुरुमुख सखिया सिख गुरु देवा
गुरु साहब ने इसके बहुत क्लैरिटी दी थी सारे कैप्टन फील हो रहा है किस तरह का सब्जेक्ट है और असी अपने लिए थोड़ा सा काम कर रहे हैं कुछ पल समस्यावां सारियां हैं थोड़ी देर लिए उन्होंने बात करना गड्डी पा करके थोड़ी देर लिए बात करके देखा कि मैं राइट नाउ मैं अपने के केड़े काम करने ताकि बैटरी चार्ज करके ਅਸੀਂ अपने हर तरह की बैटरी फिर ਅਸੀਂ ਉਹਦੇ ਨਾਲ ਤਿਆਰ ਹੋ ਕੇ ਜੂਝੀਏ ਸਾਡੀ ਤਿਆਰੀ ਨਹੀਂ ਹੋਣੀ ਸੀ ਚੀਜ਼ਾਂ ਦੀ ਅੰਦਰ ਦੀ ਤਿਆਰੀ ਕਰਨੀ ਪਵੇਗੀ ਬਾਕੀ ਤੁਸੀਂ ਬਾਕੀ ਨੇ ਤਿਆਰੀ ਬਾਕੀ ਹੋਰ ਐਕਸਰਸਾਈਜ਼ ਕਰੀ ਤੁਸੀਂ ਕੁਝ ਕਰੇ ਸੋ ਅਸੀਂ ਰੈਡੀ ਦੀ ਗੱਲ ਕਰਾਂਗੇ ਰੈਡੀ ਤੋਂ ਸਾਡਾ ਕੀ ਭਾਵ ਹੈ ਰੈਡੀ ਸਹੀ ਰੈਡੀ ਤੋਂ ਸਾਡਾ ਕੀ ਭਾਵ ਹੈ ਅਤੇ ਬੋਲਾਂਗੇ ਨਾ ਜਵਾਬ ਮੈਨੂੰ ਸੌਖਾ ਹਾਂਜੀ ਤੁਹਾਡੇ ਹਿਸਾਬ ਨਾਲ ਤੇ ਟੈਸਟ ਕਦੋਂ ਹੋਈ ਹੈ ਤੁਹਾਡੇ ਹਿਸਾਬ ਨਾਲ ਰੈਡੀ ਦਾ ਕੀ ਭਾਵ ਹੈ ਪਤਾ ਨਹੀਂ ਕਿਸੇ ਨੂੰ ਹਾਂਜੀ ਜਿਉਂ ਦਾ ਢੰਗ ਰੈਡੀ ਠੀਕ ਹੈ ਜਿਉਂ ਦਾ ਢੰਗ ਹੋਗਾ ਐਗਰੀ ਕਰਦੇ ਤੁਸੀਂ ਸਾਰਾ ਕੋਈ ਆਈਡੀਆ ਕਰਨਾ ਚਾਹੀਦਾ सिंपल से दसना हो किसी को मान लो मेरे को पता ना मिलती रैडी का की मतलब है तो तुम कितना दसोगे हाँ ठीक है हाँ ये थोड़ा सौखा हो गया तो जी किसी को क्या कर किसी को आप समझाना है तो इनसे किमें विचरते हैं साढ़े कार में हाँ ठीक है सही रैडी किमें सही है रैडी है साढ़ा डिसिप्लिन साढ़ा पर्सनल डिसिप्लिन है गुरु जी दी हुई है सो ये थोड़ी सी पहला गल करेंगे सिर्फ टच सरफेस की समा होना है सिर्फ सरफेस की टच करके असी आगे चलेंगे सो रैडी के विच जिदा मैं कोई सब तो पहला पूछे कि ਤੁਹਾਡੇ ਲਈ सब तो जरूरी चीज़ की है ਤੁਹਾਡੀ रैडी के विच ये चीज़ मेरी रैडी के विच है जिन्हें भी है कि होनी चाहिए वो की लगता हाँ जी अमृत वेला ठीक है और नित्यनेम जी सहज ठीक है संगत पंथक रैडी ठीक है कोई पंथक रैडी की गाइडेंस मिलेगी सारी पर्सनल रैडी मिलेगी साक्षी रैडी हाँ जी डिसिप्लिन को राइट आया फिर हम असं डे बाय डे कमा के मिले अमृत वेला हो गया नित्यनेम हो गया संगत हो गई और भी जो सारा कुछ दसिया वो तो असं कुछ सीख रहे हैं जितने आए हो सीखना ही आए मनोरथ के होए ध्यान का जो मनोरथ सही मनोरथ है ध्यान का कि तुम जो जाओगे 100% कोई लक्ष्य में कोई चीज़ मिलेगी जो मनोरथ गलत है तो कोई चीज़ मिलेगी या जो मनोरथ भी सही सी इतने आके वो मनोरथ से फोकस नहीं किया फोकस बदल गया फिर भी नहीं चाहिए बड़ा फोकस करना पड़ेगा ना रैडी का मतलब वही है डिसिप्लिन का मतलब वही है माड़ा जब फिर के उतर गया जी साड़ी नेविगेशन सी वो चेंज हो वो तो उतर गए डायरेक्शन चेंज होगी फिर मंजिल चेंज होगी ये बहुत समझ गया ना सारी चीज़ इसको पर गुरु साहब ने सानू एक बेसिक मैं रेफरेंस की गल नहीं कर रही फिर वो तो सारा पता सिर्फ एक रिमाइंडर है थोड़ा सा कि असी डे टू डे चलते फिरते उठते बैठते असी उस रैडी में करिए जी अभी जीवन की जांच होगी ना सी सीधा अपने सेंसेस की गल करते सिर्फ 3 सेंसेस की गल करते ज्ञान के समय सिर्फ 3 ज्ञान की गल करते सब तो ज़्यादा इन्फॉर्मेशन साढ़े अंदर केड़े ज्ञान की जरूरत होती है अखां पता कि जाती है टोटल इंफॉर्मेशन कितनी जाती है साढ़े अंदर पर सेकंड एनी आइडिया 2 मिलियन बिट्स एक सेकंड बिट्स 2 मिलियन बिट्स सारे जाने लगे ठीक है और 2 मिलियन बिट्स जो सिर्फ कहते हैं 125 125 बिट्स रह जाते हैं कि होता बाकी कुछ असी डिलीट कर देते हैं तो आ इन्फॉर्मेशन डिलीट कर सानू जरूरत है सी साडा जो सब कॉन्शियस माइंड चेक मन है वो इस काम पे लगा है साडा
ਉਹ ਡਿਲੀਟ ਕਰ ਦਿਆ, ਇਹਦੀ ਲੋੜ ਨਹੀਂ। ਕੁਝ ਅਸੀਂ ਜਨਰਲਾਈਜ਼ ਕਰ ਦਿੰਦੇ ਹਾਂ। ਜਨਰਲਾਈਜ਼ ਦਾ ਮਤਲਬ ਇੱਕ ਨੇ ਕੁਛ ਮਾੜਾ ਪੜ੍ਹਿਆ ਤਾਂ ਅਸੀਂ ਕਹਿੰਦੇ ਹਾਂ ਇੱਦਾਂ ਦੇ ਸਾਰੇ ਬੰਦੇ ਮਾੜਾ ਬੋਲਦੇ। ਇਹ ਲੈਂਗੁਏਜ ਅਸੀਂ ਯੂਜ਼ ਕਰਦੇ ਹਮੇਸ਼ਾ ਇੱਦਾਂ ਹੁੰਦਾ, ਹਮੇਸ਼ਾ ਇਹਨੂੰ ਨੋਟ ਕਰ ਲਓ। ਸਾਰੇ ਇਹਦਾ ਕਦੀ ਨਹੀਂ ਹੁੰਦਾ, ਨੈਵਰ। ਇਹ ਕਿਹੜੇ ਵਰਡ ਨੇ? ਸਾਨੂੰ ਥੱਲੇ ਲੈ ਜਾਣਗੇ। ਇਹ ਕਿਤੇ ਵੀ ਨਹੀਂ ਹੈਗਾ ਕਿ ਹਮੇਸ਼ਾ, ਨੈਵਰ, ਸਾਰੇ, ਕੋਈ ਵੀ ਨਹੀਂ। ਇਹ ਅਸੀਂ ਪਰਿਵਾਰਾਂ ਦੇ ਵਿੱਚ ਬਹੁਤ ਵਰਤਦੇ ਹਾਂ। ਮੇਰਾ ਭਰਾ ਹਮੇਸ਼ਾ ਹੀ ਮੇਰਾ ਲੜਦਾ ਹੁੰਦਾ, ਮੇਰਾ ਨਹੀਂ, ਤੁਹਾਡੀ ਲੈਂਗੁਏਜ ਯੂਜ਼ ਕਰੀਏ। ਮੈਂ ਜਦੋਂ ਵੀ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਅੜਚਣਾਂ ਆਉਂਦੀਆਂ, ਠੀਕ ਹੈ, ਤਾਂ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ। ਸੋ ਇਹ ਆਪਣੇ ਅੱਖਾਂ ਦਾ ਅਸੀਂ ਧਿਆਨ ਰੱਖਾਂਗੇ ਕਿ ਕਿਹੜੀ ਇਨਫੋਰਮੇਸ਼ਨ ਦੀ ਵੈਲਿਊ ਸਾਨੂੰ ਗੁਰੂ ਸਾਹਿਬ ਨੇ ਬਹੁਤ ਕਲੀਅਰ ਦੇ ਦਿੱਤਾ। ਇਹ ਲਿਖ ਲਓ ਮੇਰੇ ਕੋਲ, ਹਰ ਕੋਈ ਮੈਂ ਜੋਤ ਕਰੀ ਹਰ ਇੱਕ ਅਗਰ ਨਾ ਲਿਖੋ। ਅਸੀਂ ਦੇਖਣਾ ਹੀ ਨਾਲ ਇਹ ਦੱਸਦਾ ਕਿ ਕਿਵੇਂ ਰਹਿ ਕਰਦੇ ਪਰ ਕੋਈ ਰੂਪ ਨਾ ਵੇਖਿਆ ਨਹੀਂ। ਇਹਨੂੰ ਜਿੰਨਾ ਮਰਜ਼ੀ ਵਿਸਥਾਰ ਚ ਰੱਖੋ ਪਰ ਮੇਰਾ ਟਾਈਮ ਥੋੜਾ ਰਹਿ ਗਿਆ, ਸੋ ਮੈਨੂੰ ਬਹੁਤ ਸੰਕੋਚ ਕੇ ਕਰਨਾ। ਅੱਗੇ ਕਿਹੜੀ ਕੁਛ ਤੁਸੀਂ ਲੈਣੇ ਆਪਣੇ ਕਰਨਾ ਤਾਂ ਇਹ ਵੀ ਕੁਛ ਤੁਹਾਨੂੰ ਦੱਸਿਆ ਕਾਲੇ ਕੰਮ ਕਰਨਾ यानी बेचना एक रखो मेरो साचा सुंदर लोग साथ ये नहीं करना सुना बहुत क्लियर है, कोई औखा सब्जेक्ट नहीं है। और जो सी देखा जो सी सुनिया वो जो निकलिया गया जो सी बोल रहे कहते सी बोले किस बेस पे बोल रहे साढ़े का बोल हो जाता है, साड़ी टोन लग गई क्योंकि जो कुछ अंदर गया वो बाहर आना और बार बड़ी तीखन का बड़ा श्राप आना और कई बार बोला कि सारी लाइफ रिलेशनशिप खराब कर देते। उस समय भी क्लियर करता ना ये रचना तू आनस राज की तेरी क्या समझ है, ये सारा उसके कॉन्टेक्स्ट पढ़ सकते हो, बचा सकते हो। ना नाटका देते मिथ्या नहीं रचना रस। और आगे चलिए सारी गाड़ी की नहीं है कितने बैठना कितना की संगत है है और एक तो फिजिकल संगत है ये पता है दूसरा मेरा बैठना एक साइड मेंटल संगत है बहुत लंबे कॉन्सेप्ट है सिर्फ सर्च सब जल्दी कोशिश करो। एक साइड साइकोलॉजिकल संगत है ये और आजकल सबसे ज़्यादा संगत किसकी कर रहे हो चलो इंटरनेट थ्रू व्हाट फोन हो गया सब तो ज़्यादा मतलब ये बिस्तर टाइम दो मिनट हुई जब बाहर चल जाइए ना अंदर रह जाए ना एंजाइटी अटैक समझ फिर अंदर रह गया या आगे एक आवाज करना वो बच्चे बच्चा भी इधर उधर होते नहीं निकल गया आजकल कई कई आज करना है ठीक है मैं भी कहीं ना हो पर वो थ्रू इंटेक की है वो थ्रू इंटेक की है केड़ी चीज़ मेरे भले है मेरे गाल है केड़ी चीज़ मैंने दूर तो दूर कर दी मेरे पास तो दूर कर दिया ओनू आज दो पाएगा ओनू आज के साडा बहुत समा जड़ा बहुत समा लाएगा बच जाएगा वो समा तुसीं करके सेवावां विच अपने मनोरथ वाल लगा सकते हो। ये होगी तुहाडी बैंड सैंड की बनो सैंड की बनो जी जरना कुछ सैंड जो साड़ी रहनी तो गहनी थोड़ी सैट हो जाएगी ना सैंड मतलब आपके स्मूथ होना चाहिए। पहला जर्नल में ਅਸੀਂ ਪਹਿਲਾਂ ਇਹ ਨਹੀਂ ਕਹਾਂਗੇ ਕਿ ਟੋਲਰੈਂਸ ਕਿ ਅਸੀਂ ਟੋਲਰੇਟ ਕਰ ਲਿਆ ਐਵੇਂ ਹੋ ਗਿਆ ਇਹ ਅਗਲੀ ਗੱਲ ਹੈ। ਉਹ ਸਾਡੇ ਕੋਲ ਸਾਡੇ ਕੋਲ ਟੋਲਰੈਂਸ ਦਾ ਕਨਸੈਪਟ ਨਹੀਂ ਐਕਸੈਪਟੈਂਸ ਦਾ ਮੰਨਣ ਦੀ ਗੱਲ ਹੈ। इसे करके गुरु साहब ने ऐसे मीठा लगे मतलब चंगा लगता स्वाद लगता वधिया लगता ये लगता पाना होना जो असी अज तक बना लिया और कोई चारा नहीं तो हम बनना गुरु साहब ने क्या तेरा किया मीठा लगा वो मीठा उनको अच्छा लग रहा है जो बोले चंगा लग रहा है वो दोनों चीज़ों के नाल वो स्मूथ हो गया। तुसी दौलता का नाम सुना सारे चीज़ों
दौलता ने कहा सीगा, कोई संतोख सिंह जी ने लिखा है कि मेरा नाम मेरे मापिया ने दौलता रखा, पर मैं कभी नहीं रची नहीं। रची समझ कि जरा कंटेंट है, मैं कभी भी रची नहीं। और उन्होंने लिखा कि जो गुरु साहब का प्रकाश होना सी, उस तो पहला उन्होंने पक्की डीलिंग की सी मैं कालू जी के नाल कि मैनू मां कुछ चाहिए, थोड़े घर बच्चे ने आना, मैं दाने चाहिए, चिलर पैसे करना, दाने चाहिए, चिलर चाहिए, कपड़े चाहिए। तो मैं तो कालू जी ने क्या सी सब खुला भंडार मिले। हम गुरु साहब प्रकाश हुए, तो गुरु साहब जो प्रकाश हुए तो दौलत राय जी को की मिला, किहड़ी चीज़ का अनुभव मिला उन्हें। उन्होंने स्पर्श किया, गुरु साहब स्पर्श टच किया, दर्शन किए, जो देखा तो नाम सुनिया, आवाज़ भी पहली उन्होंने सुनी। जो असी गुरु साहब को ये चीज़ा सानू एक्सपीरियंस होता है फिर की होंदा लाइफ की होंदा मैं मूर्ख थी एक बात है, मैं मूर्ख थी एक बात है, कोटि अपराधी दरिया जिन सुनिया पेखिया गुरु नानक, जिन सुनिया पेखिया से गुरवास ना परिया रे, जी ने स्पर्श किया, सुनिया भी तो पेख्या भी, असी भी कर रहे हैं। गुरु किते गए नहीं, असी भी कर रहे हैं। कोट प्रति तर गया तो साढ़े कोल पूरी आस है, 100% है। उन्होंने सत करके जाने किवें होया, जो पंडित हरदयाल जी ने पूछा सी दौलता तू की देखा, तू की एक्सपीरियंस किया, की फील किया, ये वही दौलत है जिहड़ी दाणियां करके छिलना करके भुखी सी, क्योंकि कभी रज्या नहीं सी, इत्थों ले ले इत्थों ले ले इत्थों ले ले ना, रज राजा नहीं सी। राजा मतलब जो संतोख च आ गया वो रज गया, वो राजा बन गया। जोड़ा संतोख च नहीं है वो मंगता ही है, वो भावें मर्सिडीज च बैठा है तो भावें BMW च बैठा है तो मंगता ही है, क्योंकि संतोख नहीं है। तो कोई साइकिल भी चला रहा है तो वो राजा है, क्योंकि संतोख है। सीधा जा गुरु साहब ने कॉन्सैप्ट दे दिता। जो दौलता राय जी ने पूछा तो उन्होंने अगों की क्या कहते, मैं मंगती ही रही सारी उम्र, रजी नहीं। अज मैं रज गई, मैं रजी। मैं किवें रजी? मैंने 3 गल्लां लिखियां। मैनूं शब्द सुनिया, मैं रजी, ये रोए नहीं मुस्कुराए। और ये तिना का एक डीप कॉन्सैप्ट हैगा, वो लिए हम समा चाहिए, वो नहीं जावांगे, पर सिर्फ इन्नी की गल करांगे कि सिर्फ सिमरन वाला ही रजदा, सिमरन वाला ही रजदा। कहते या बंदे को सबर रुझा सकता है या कबर, और तो फिर कोई चांस ही नहीं ना, या सबर या कबर। और साड़ी मर्जी असी कबर च जाके रजना, तो फिर चारा ही कोई नहीं कि जीवन मुक्त हो गए, जीवंदे जी असी सबर के आना। ये तुहाडी आ गई सैनी, जिथे भी हाँ जिवे भी हाँ गुरु का मेहर भरिया हाथ सिर पर महसूस करके जीवन बतीत कराई जाना, क्योंकि अंदर तो सारा कुछ है ही है ना, उन्होंने बस प्रगट करना।
ਔਰ ਜਿੱਦਣ ਅਸੀਂ ਵੀ ਕਹਿ ਲਵਾਂਗੇ ਨਾ ਕਿ ਅਸੀਂ ਰੱਜ ਗਏ, ਉਦਣ ਅਸੀਂ ਜਿਉਂਦੇ ਹੋ ਜਾਵਾਂਗੇ, ਅਸੀਂ ਅਲਾਈਵ ਹੋ ਜਾਵਾਂਗੇ। ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਬੜੇ ਕੱਪੜੇ ਲੀੜੇ ਛਿੱਲੜ ਵੀ ਦਿੱਤੇ, ਉਹ ਕਹਿੰਦੇ ਹੁਣ ਮੈਨੂੰ ਮੰਗਣ ਦੀ ਲੋੜ ਹੀ ਨਹੀਂ। ਔਰ ਇਤਿਹਾਸ ਕਹਿੰਦਾ ਕਿ ਉਸ ਤੋਂ ਬਾਅਦ ਉਹਨਾਂ ਨੇ ਕਦੀ ਕਿਸੇ ਅੱਗੇ ਝੋਲੀ ਨਹੀਂ ਅੱਡੀ, ਕਿਉਂਕਿ ਰੱਜ ਗਏ, ਰੱਜਣ ਵਾਲਾ ਕਦੀ ਝੋਲੀ ਨਹੀਂ ਕਦੀ ਵੀ ਨਹੀਂ ਅੱਡੇਗਾ। ਥੋੜ੍ਹਾ ਜਿਹਾ ਅਸੀਂ ਆਪਣੇ 'ਤੇ ਵੀ ਦੇਖਣਾ ਕਿ ਅਸੀਂ ਰੱਜੇ ਕਿ ਨਹੀਂ ਰੱਜੇ। ਲਾਸਟ ਹੈਗਾ ਕਹਿਣੀ, ਇਹਦੇ 'ਤੇ ਤਾਂ ਪੂਰੀ ਦਿਹਾੜੀ ਲਾ ਲਓ ਭਾਵੇਂ। ਕਹਿਣੀ ਦਾ ਕੀ ਮਤਲਬ, ਅਸੀਂ ਬੋਲ, ਸਾਡੀ ਟੋਨ, ਇਕੱਲਾ ਫਿਜ਼ੀਕਲ ਨਹੀਂ, ਸਾਡੀ ਬਾਡੀ ਲੈਂਗੁਏਜ, ਉਸ ਤੋਂ ਵੀ ਪਰੇ ਲੈ ਜਾਓ ਸਾਡੀ ਸਾਈਕੀ ਦੇ ਵਿੱਚ ਕੀ ਚੱਲ ਰਿਹਾ। ਹੋ ਤੁਸੀਂ ਸਾਰੇ ਚੁੱਪ ਹੀ ਬੈਠੇ ਹੋ, ਅੰਦਰ ਤੇ ਕੋਈ ਬੋਲ ਹੀ ਰਿਹਾ ਹੋਵੇਗਾ ਨਾ ਹੁਣੇ, ਉਹਦੇ ਤੱਕ ਵੀ ਧਿਆਨ ਦੇਣਾ। ਠੀਕ ਹੈ, ਥੋੜ੍ਹਾ ਜਿਹਾ ਸਮਝ ਆਇਆ ਇਹਨੂੰ, ਆਪਾਂ ਸਮਾਪਤੀ ਕਰਨੀ ਹੁਣ। ਮੂੰਹ ਬੰਦ ਨੇ, ਕਿਸੇ ਨੇ ਕੁਝ ਕਿਹਾ ਹੈਗਾ, ਅੰਦਰ ਬੋਲ ਰਿਹਾ, ਔਰ ਐਵੇਂ ਦਾ ਬੋਲ ਰਿਹਾ ਕਿ ਉਹ ਬੋਲਣ ਕਰਕੇ ਪਤਾ ਨਹੀਂ ਕਿਹੜੇ ਵੇਲੇ ਤੁਸੀਂ ਸਨੈਪਚੈਟ ਵਾਲਾ ਸਨੈਪ ਨਹੀਂ, ਮਤਲਬ ਕਿ ਕਿੱਦਾਂ ਬਾਹਰ ਨਿਕਲ ਜਾਣਾ, ਇੱਕਦਮ ਹੀ ਪੜਤੂ ਪੈ ਜਾਣਾ। ਔਰ ਉਹ ਇੱਕ ਵਾਰੀ ਦਾ ਇੱਦਾਂ ਦਾ ਕੁਛ ਬੋਲਿਆ, ਕਿਹਾ, ਸੁਣਿਆ, ਕਈ ਵਾਰ ਸਾਰੀ ਉਮਰ ਭੁਗਤਣਾ ਪੈਂਦਾ, ਕਿਉਂਕਿ ਅੰਦਰ ਬੋਲ ਰਿਹਾ ਸੀ, ਅੰਦਰ ਚੁੱਪ ਨਹੀਂ ਸੀ। ਬਾਹਰੋਂ ਵੀ ਅੰਦਰੋਂ ਵੀ ਅਸੀਂ ਭਾਖਿਆ ਭਾਉ ਅਪਾਰ ਦੇ ਵਪਾਰੀ ਹਾਂ। ਠੀਕ ਹੈ, ਉਹਦੇ ਹੀ ਵਪਾਰੀ ਰਹਿਣਾ। ਭਾਖਿਆ ਭਾਉ ਅਪਾਰ, ਭਾਖਿਆ ਲੈਂਗੁਏਜ, ਭਾਉ ਪਿਆਰ, ਅਪਾਰ ਮਤਲਬ ਇਹ ਥੋੜ੍ਹ ਨਹੀਂ ਆਉਂਦੀ ਕਦੇ। ਸੋ ਰਹਿਣੀ ਬਹਿਣੀ ਸਹਿਣੀ ਕਹਿਣੀ, ਇਹ ਜਿੱਥੇ ਜਿੱਥੇ ਵੀ ਤੁਸੀਂ ਹੈਗੇ ਹੋ, ਜੇ ਇਹਦੇ ਘਰ ਨਹੀਂ ਹੋ ਜਾਂਦੇ ਤਾਂ ਅਸੀਂ ਇੱਥੇ ਬੈਠੇ ਹਾਂ, ਪ੍ਰਵਾਸੀਆਂ, ਗੁਜ਼ਰਤੀਆਂ, ਅਸੀਂ ਸਾਰੇ ਬੈਠੇ ਹਾਂ ਗੁਰੂ ਦੇ ਥਰੂ, ਗੁਰੂ ਦੀ ਇੱਕ ਰਹਿਤ ਦੇ ਥਰੂ, ਇੱਕ ਪੰਥ ਖਾਲਸਾ। ਫਿਰ ਇਸ ਪਰਿਵਾਰ ਨੂੰ ਸੁਖੀ ਵਸਾਉਣ 'ਚ ਲੱਗੇ ਹੋਵਾਂਗੇ। ਸੁਖੀ ਵਸੈ ਮੋਰੋ ਪਰਿਵਾਰ। ਫਿਰ ਉਹ ਨਹੀਂ ਹੋਏਗਾ ਕਿ ਇੱਧਰ ਜਾ ਰਿਹਾ, ਇੱਧਰ ਜਾ ਰਿਹਾ, ਅਸੀਂ ਆਪਣਾ ਕੰਮ ਕਰੀਏ, ਉਹ ਕਰੀਏ, ਸਾਰੇ ਮਿਲ ਜੁਲ ਕੇ ਅਸੀਂ ਕੰਮ ਕਰੀਏ, ਕਿਉਂਕਿ ਅਸੀਂ ਇਕੱਠੇ ਹੋ। ਠੀਕ ਹੈ, ਇਹ ਮੇਰਾ ਸਮਾਂ ਦਾ 10 ਮਿੰਟ, ਇਹਦੇ ਵਿੱਚ ਤੁਸੀਂ ਸਵਾਲ ਹਾਂਜੀ ਠੀਕ ਹੈ ਜੀ, ਇੱਕ ਸਵਾਲ ਆ ਗਏ ਨੇ। ਓਕੇ, ਪਹਿਲਾ ਕੁਐਸਚਨ ਹੈਗਾ ਕਿ ਇਹਨਾਂ ਨੇ ਇੰਗਲਿਸ਼ 'ਚ ਲਿਖਿਆ ਹੈ, ਮੈਂ ਪੰਜਾਬੀ 'ਚ ਉਹਨੂੰ ਕਰ ਦਿੰਦੀ ਹਾਂ ਕਿ ਮੈਂ ਆਪਣੇ ਪਰਸਨਲ ਚੈਲੰਜਿਸ ਬਹੁਤ ਸਾਲਾਂ ਤੋਂ ਹੀ ਓਵਰਕਮ ਨਹੀਂ ਕਰ ਪਾਈ ਜਾਂ ਪਾਇਆ। ਜੇ ਮੈਂ ਆਪਣੇ ਪਰਸਨਲ ਚੈਲੰਜਿਸ ਤੋਂ ਹੀ ਅਸੀਂ ਬਾਹਰ ਨਹੀਂ ਨਿਕਲੇ ਤਾਂ ਮੈਂ ਪੰਥ ਦੀ ਸੇਵਾ ਕਿਵੇਂ ਕਰਾਂਗੀ। ਇਸੇ ਕਰਕੇ ਹੀ ਆਪਾ ਸਵਾਰਨ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਆਪ ਨੜੇ ਗਰੀਵਾਨ ਮੇ ਸਿਰ ਨਿਵਾ ਕਰ ਦੇਖ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ 'ਤੇ ਪਹਿਲਾਂ ਕੰਮ ਕਰੀਏ। ਪਰ ਇੱਕ ਗੱਲ ਨਾਲ ਹੋਰ ਹੈ ਕਿ ਸਾਡੇ ਕੋਈ ਟਾਈਮਲਾਈਨ ਹੈ ਸਾਡੇ ਕੋਲ। ਤੁਸੀਂ ਆਪਣੇ ਆਪ ਨੂੰ ਮੰਨ ਲਓ ਕਹਿ ਦਿਓ ਕਿ ਅੱਛਾ ਮੈਂ 2 ਮਹੀਨੇ ਆਪਣੇ ਆਪ 'ਤੇ ਕੰਮ ਕਰਨਾ, ਉਸ ਤੋਂ ਬਾਅਦ ਪੰਥਿਕ ਸੇਵਾ ਕਰਨੀ ਹੈ ਸ਼ੁਰੂ। ਠੀਕ ਹੈ, ਜੇ ਤੁਹਾਨੂੰ ਲੱਗਦਾ ਕਿ ਟਾਈਮਲਾਈਨ ਦੇ ਵਿੱਚ ਤੁਸੀਂ ਰਹਿ ਕੇ ਕੁਝ ਜਿੱਦਾਂ ਆਪਾਂ ਕਹਿੰਦੇ ਨਾ ਟ੍ਰੇਨਿੰਗ ਕਰਨੀ ਹੈ, ਮੈਂ ਜੋਬ ਕਰਨੀ ਹੈ ਪਰ ਜੋਬ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਮੇਰੇ ਕੋਲ ਟ੍ਰੇਨਿੰਗ ਹੋ ਜਾਵੇ, ਉਹ ਕਨਸੈਪਟ ਠੀਕ ਹੈ। ਪਰ ਜੇ ਅਸੀਂ ਕਹੀਏ ਕਿ ਕੋਈ ਟਾਈਮਲਾਈਨ ਹੀ ਨਹੀਂ ਹੈ, ਤੁਸੀਂ ਕਹੋ ਮੈਂ ਸਾਰੀ ਉਮਰ ਟ੍ਰੇਨਿੰਗ ਹੀ ਕਰੀ ਜਾਣੀ ਹੈ, ਉਹ ਤਾਂ ਫਿਰ ਸਿਸਟਮ ਠੀਕ ਨਹੀਂ ਰਹੇਗਾ ਨਾ, ਉਹ ਐਕਸਕਿਊਜ਼ ਬਣ ਜਾਏਗਾ। ਹੋ ਸਕਦਾ, ਮੈਨੂੰ ਨਹੀਂ ਪਤਾ ਤੁਹਾਡੇ ਚੈਲੰਜਿਸ ਕੀ ਨੇ, ਹੋ ਸਕਦਾ ਕਿਤੇ ਅਸੀਂ ਉਹਨੂੰ ਬਹਾਨਾ ਤਾਂ ਨਹੀਂ ਯੂਜ਼ ਕਰ ਰਹੇ ਕਿ ਮੇਰੇ 'ਤੇ ਜੀ ਆਪਣੇ 'ਚ ਕੁਛ ਨਹੀਂ। ਇਹ ਬਹੁਤ ਕਾਮਨ ਚੀਜ਼ ਆਉਂਦੀ ਹੈ। ਮੈਂ ਵੀ ਇਹੀ ਲੈਂਗੁਏਜ ਵਰਤਦੀ ਹੁੰਦੀ ਸੀ, ਮੈਨੂੰ ਕੁਛ ਨਹੀਂ ਆਉਂਦਾ, ਹੁਣ ਵੀ ਨਹੀਂ ਆਉਂਦਾ, ਫਿਰ ਵੀ ਗੁਰੂ ਸਾਹਿਬ ਨੇ ਇੱਥੇ ਖੜਾ ਦਿੱਤਾ। ਆਪਣੀ ਨਹੀਂ ਮੁੱਕਦੇ, ਸੇਵਾ ਕਿੱਦਾਂ ਕਰਨੀ ਹੈ, ਕਿਵੇਂ ਕਰਨੀ, ਕੁਛ ਪਤਾ ਤਾਂ ਹੈ ਨਹੀਂ। ਜਦੋਂ ਤੁਸੀਂ ਇਹ ਸੋਚ ਕੇ ਜਾਓਗੇ ਨਾ ਕਿ ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਸੇਵਾ ਲਈ, ਫਿਰ ਤੁਹਾਡੀ ਵਿੱਚੋਂ ਐਗਜ਼ਿਸਟੈਂਸ ਖਤਮ ਹੋ ਗਈ। ਤੁਸੀਂ ਤਾਂ ਇੱਕ ਜ਼ਰੀਆ ਹੋ, ਤੁਸੀਂ ਸਿਰਫ ਇੱਕ ਵਹੀਕਲ ਹੋ। ਕੰਮ ਕੌਣ ਕਰ ਰਿਹਾ, ਸੇਵਾ ਕੌਣ ਕਰ ਰਿਹਾ? ਗੁਰੂ ਸਾਹਿਬ ਆਪ ਕਰ ਰਹੇ ਨੇ, ਪ੍ਰੋਵਾਈਡਡ ਕਿ ਤੁਸੀਂ ਆਪਣੀ ਉਹ ਈਗੋ, ਆਪਣੀ ਹਉਮੈ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਨਾ ਪਏਗਾ ਕਿ ਇੱਕ ਭੈ ਦੇ ਨਾਲ, ਇੱਕ ਭਾਵ ਦੇ ਨਾਲ ਚੱਲੀਏ, ਉਹ ਡੋਰੀ ਗੁਰੂ ਨੂੰ ਫੜਾ ਦਈਏ। ਪਰਸਨਲ ਚੈਲੰਜਿਸ ਕਿਹਨੂੰ ਨਹੀਂ ਹੈਗੇ? ਆ ਸੇਵਾਦਾਰ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਇਹਨਾਂ ਨੂੰ ਪੁੱਛ ਲਓ, ਤੁਹਾਨੂੰ ਚੈਲੰਜਿਸ ਨਹੀਂ ਹੈਗੇ? ਕੋਈ ਹੈਗੇ ਨੇ ਕਿ ਮੁੱਕ ਗਏ ਸਾਰੇ? ਜੇ ਤਾਂ ਇਹਨਾਂ ਦੇ ਮੁੱਕ ਗਏ ਫਿਰ ਇਹਨਾਂ ਨੂੰ ਹੀ ਪੁੱਛ ਲਿਓ ਇਹਨਾਂ ਨੇ ਕਿੱਦਾਂ ਖ਼ਤਮ ਕੀਤੇ ਨੇ। ਪਰ ਜਿੰਨਾ ਅਸੀਂ ਵਿਚਰੇ ਹਾਂ, ਮੈਨੂੰ ਤਾਂ ਇੱਦਾਂ ਦਾ ਕੋਈ ਨਹੀਂ ਮਿਲਿਆ, ਕੋਈ ਨਹੀਂ ਮਿਲਿਆ, ਭਾਵੇਂ 70 80 90 ਸਾਲ ਦਾ ਵੀ ਹੋਏ ਜਿਹਦੇ ਕੋਲ ਪਰਸਨਲ ਚੈਲੰਜ ਨਾ ਹੋਏ, ਭਾਵੇਂ ਉਹ ਬਾਹਰੀ ਪਰਸਨਲ ਚੈਲੰਜ ਹੈ
ਭਾਵੇਂ ਉਹ ਆਪਣੇ ਅੰਦਰ ਹੀ 5 ਚੋਰ ਬੈਠੇ ਨੇ, ਉਹਨਾਂ ਦਾ ਚੈਲੰਜ ਹੈ। ਕੋਈ ਨਾ ਕੋਈ ਚੈਲੰਜ ਤੇ ਚੱਲ ਰਿਹਾ, ਪਰ ਉਸ ਉਡੀਕ ਦੇ ਵਿੱਚ ਹੀ ਜੇ ਅਸੀਂ ਸਾਰੀ ਉਮਰ ਬੈਠੇ ਰਹੇ ਫਿਰ ਸੇਵਾ ਕਦੋਂ ਕਰਾਂਗੇ? ਜ਼ਰੂਰੀ ਨਹੀਂ ਹੁੰਦਾ ਸੇਵਾ ਮਾਈਕ ਫੜ ਕੇ ਹੁੰਦੀ ਹੈ। ਸੇਵਾ ਤੁਸੀਂ ਇੱਕ ਚੰਗੇ ਕੈਂਪਰ ਬਣ ਕੇ ਵੀ ਕਰ ਸਕਦੇ ਹੋ ਸਕਦਾ ਤੁਸੀਂ ਕਿਸੇ ਲਈ ਇੱਕ ਰੋਲ ਮਾਡਲ ਬਣ ਗਏ, ਉਹਨੂੰ ਉਹ ਕੁਝ ਹੋਰ ਭਾਵਨਾ ਨਾਲ ਆਏ ਸੀ, ਤੁਹਾਨੂੰ ਦੇਖ ਕੇ ਉਹਨਾਂ ਦਾ ਮਨੋਰਥ ਬਦਲ ਗਿਆ, ਚੰਗਾ ਹੋ ਗਿਆ, ਹੋਰ ਵੀ ਸੇਵਾ ਹੋ ਗਈ। ਹੋਰ ਕਿੰਨੀਆਂ ਐਗਜ਼ਾਮਪਲਸ ਨੇ, ਤੁਸੀਂ ਇਸ ਨੂੰ ਸਮਝ ਗਏ। ਸੋ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਰਸਨਲ ਚੈਲੰਜਸ 'ਤੇ ਕੰਮ ਕਰੋ, ਡੈਫੀਨੇਟਲੀ ਕਰੋ, ਪਰ ਉਹਦੀ ਟਾਈਮ ਲਾਈਨ ਰੱਖ ਲਓ। ਜੇ ਟਾਈਮ ਲਾਈਨ ਵਾਲਾ ਕੰਮ ਨਹੀਂ ਹੈਗਾ ਤਾਂ ਨਾਲ ਹੀ ਫਿਰ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਇੱਕ ਸਰੈਂਡਰ ਕਰਕੇ ਸੇਵਾ ਵੀ ਨਾਲ ਸ਼ੁਰੂ ਕਰ ਦਿਓ। ਠੀਕ ਹੈ, ਅਗਲਾ ਕੁਐਸਚਨ ਹੈ, ਆਪਣੇ ਆਪ ਨੂੰ ਕਿਵੇਂ ਸੁਧਾਰੀਏ, ਆਪਣੀ ਅਵਸਥਾ ਅਤੇ ਪੰਥਕ ਮਸਲੇ ਦਾ ਬੈਲੈਂਸ ਕਿੱਦਾਂ ਕਰੀਏ? ਇਹ ਸੇਮ ਹੀ ਕੁਐਸਚਨ ਹੋ ਗਿਆ ਨਾ, ਤੇ ਪਰਸਨਲ ਚੈਲੰਜਸ ਅਤੇ ਪੰਥਕ ਸੇਵਾ ਕਿੱਦਾਂ ਹੋਏ। ਜੇ ਅਸੀਂ ਖਾਲੀ ਹੋਈਏ ਤਾਂ ਵੰਡੀਏ ਕੀ? ਇਹ ਵੀ ਸੇਮ ਚੀਜ਼ ਆ ਗਈ। ਤੁਸੀਂ ਤਾਂ ਵੰਡਣਾ ਹੀ ਨਹੀਂ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਵੀਰ ਜੀ ਪਹਿਲਾਂ ਕਰਕੇ ਗਏ ਆ, ਜਿਨ੍ਹਾਂ ਨੇ ਅੱਗੇ ਆਉਣਾ ਹੈ, ਇਹ ਉਹਨਾਂ ਦਾ ਉਹ ਆਪਣੇ ਭਾਂਡੇ 'ਚੋਂ ਦੇ ਰਹੇ ਨੇ? ਠੀਕ ਹੈ, ਉਹਨਾਂ ਦਾ ਐਕਸਪੀਰੀਅੰਸ ਹੈ। ਐਕਸਪੀਰੀਅੰਸ ਇਹ ਹੈ ਕਿ ਉਹਨਾਂ ਨੇ ਕਮਾਈ ਕਰਕੇ, ਸੇਵਾ ਕਰਕੇ ਉਹ ਐਕਸਪੀਰੀਅੰਸ ਖੱਟਿਆ, ਪਰ ਲਿਆ ਕਿੱਥੋਂ ਹੈ? ਕਿੱਥੋਂ ਆਇਆ? ਉਹ ਕਿੱਥੋਂ ਆਇਆ? ਗੁਰੂ ਸਾਹਿਬ ਕੋਲੋਂ ਆਇਆ ਕਿ ਨਹੀਂ? ਅਤੇ ਤੁਸੀਂ ਨਹੀਂ ਗੁਰੂ ਸਾਹਿਬ ਕੋਲੋਂ ਲੈ ਸਕਦੇ ਹੋ ਕਿ ਨਹੀਂ? ਜਿੱਦਣ ਅਸੀਂ ਇਹ ਕਹਿਣਾ ਵੀ ਮੈਂ ਕਰ ਰਹੀ ਹਾਂ, ਉਦੋਂ ਤਾਂ ਉਹ ਫਿਰ ਮੇਰਾ ਹੀ ਹੋ ਗਿਆ, ਉਹ ਗੁਰੂ ਦਾ ਰਿਹਾ ਹੀ ਨਹੀਂ। ਉੱਥੇ ਆ ਕੇ ਤਾਂ ਗੜਬੜ ਹੋ ਜਾਂਦੀ ਹੈ। ਜਦੋਂ ਕੋਈ ਪ੍ਰਚਾਰਕ, ਕੋਈ ਸੇਵਾਦਾਰ ਕਹਿ ਰਿਹਾ ਮੈਂ ਕਰ ਰਿਹਾ, ਉਹ ਫਿਰ ਗੁਰੂ ਨੂੰ ਤਾਂ ਸਾਈਡ 'ਤੇ ਰੱਖਤਾ। ਇਸ ਕਰਕੇ ਆਪਣਾ ਭਾਂਡਾ ਤਾਂ ਭਰਨਾ ਹੀ ਪਏਗਾ। ਨਹੀਂ ਭਰਾਂਗੇ ਤਾਂ ਜਦੋਂ ਕਿਸੇ ਦੇ ਨਾਲ ਸੇਵਾ 'ਚ ਜਾਵਾਂਗੇ ਆਪ ਡਰੇਨ ਹੋ ਜਾਵਾਂਗੇ। ਸਮਝ ਰਹੇ ਹੋ ਨਾ? ਤੁਹਾਡਾ ਘੜੇ 'ਚ ਪਾਣੀ ਨਹੀਂ ਹੈਗਾ, ਤੁਸੀਂ ਕਹੋ ਮੈਂ ਇਹਨਾਂ ਨੂੰ ਪਾਣੀ ਦੇਣਾ, ਇਹਨੂੰ ਪਾਣੀ ਦੇਣਾ, ਉਹ ਸਾਰਾ ਮੁੱਕ ਜਾਏਗਾ, ਤੁਸੀਂ ਸੁੱਕ ਜਾਓਗੇ, ਹਰੇ ਭਰੇ ਨਹੀਂ ਰਹੋਗੇ। ਸੇਵਾ ਤਾਂ ਹੋ ਜਾਏਗੀ, ਪਰ ਔਰ ਇਹ ਮੈਂ ਦੇਖਿਆ ਆਪ ਕਿ ਜਿਹੜੇ ਸੇਵਾਦਾਰ ਨੇ ਕਈ, ਉਹ ਆਪ ਸਟ੍ਰੈਸ, ਐਂਗਜ਼ਾਇਟੀ 'ਚ, ਡਿਪਰੈਸ਼ਨ 'ਚ ਗਏ ਹੋਏ ਨੇ। ਕਿਉਂ? ਕਿਉਂਕਿ ਆਪਣੇ ਆਪ ਦਾ ਭਰਿਆ ਨਹੀਂ। 100% ਭਰਨਾ ਪਏਗਾ, ਕੋਈ ਦੂਜੀ ਰਾਏ ਨਹੀਂ ਹੈ। ਪਰ ਜੇ ਅਸੀਂ ਐਕਸਕਿਊਜ਼ ਯੂਜ਼ ਕਰ ਰਹੇ ਹਾਂ, ਬਹਾਨਾ ਯੂਜ਼ ਕਰ ਰਹੇ ਹਾਂ ਕਿ ਮੇਰਾ ਤਾਂ ਭਾਂਡਾ ਖਾਲੀ ਹੈ, ਮੈਂ ਕਿਸੇ ਨੂੰ ਕੀ ਦੇਣਾ, ਫਿਰ ਸਾਰੀ ਉਮਰ ਇਹੀ ਕਰੀ ਜਾਵਾਂਗੇ। ਭਰੋ ਫਿਰ, ਜੇ ਪਤਾ ਹੈ ਤਾਂ ਖਾਲੀ ਹੈ, ਭਰ ਲਓ ਫਿਰ। ਉਹ ਐਕਸਕਿਊਜ਼ ਤਾਂ ਨਹੀਂ ਹੈ ਨਾ। ਅੱਗੇ ਇਹਨਾਂ ਨੇ ਲਿਖਿਆ, ਜੀਵਨ ਵਿੱਚ ਆਤਮਿਕ ਸਫ਼ਰ ਦੇ ਪੈਂਡੇ ਨੂੰ ਕਿਵੇਂ ਦ੍ਰਿੜ ਕਰੀਏ, ਹਰ ਮੁਸ਼ਕਿਲਾਂ ਨੂੰ ਫੇਸ ਕਰਨ ਲਈ ਕਿਵੇਂ ਸਟਰੋਂਗ ਬਣੀਏ, ਕਿਹੜੀ ਪੰਥਕ ਸੇਵਾ ਕਰੀਏ, ਆਈ ਫੀਲ ਕਨਫਿਊਜ਼ਡ ਐਟ ਮਿਸ ਕਲੈਰਿਟੀ। ਠੀਕ ਹੈ, ਹਾਂਜੀ, ਇਹ ਵੀ ਆਈ ਥਿੰਕ ਆਪਣੀ ਚੀਜ਼ ਕਵਰ ਹੋ ਗਈ ਹੈ ਕਿ ਆਪਣੇ ਆਤਮਿਕ ਸਫ਼ਰ ਦੇ ਪੈਂਡੇ ਨੂੰ ਕਿਵੇਂ ਦ੍ਰਿੜ ਕਰੀਏ। ਹੁਣ ਅਸੀਂ ਰਹਿਣੀ ਬਹਿਣੀ ਸਹਿਣੀ ਕਹਿਣੀ 'ਤੇ ਗੱਲ ਕੀਤੀ ਹੈ, ਇਹਦੇ ਵਿੱਚ ਤਕਰੀਬਨ ਸਾਰੇ ਕਨਸੈਪਟਸ ਕਲੀਅਰ ਹੋ ਗਏ ਨੇ। ਜੇ ਤੁਸੀਂ ਇਹਦੇ ਵਿੱਚੋਂ ਇੱਕ ਚੀਜ਼ ਵੀ ਲੈ ਕੇ ਚਲੇ ਜਾਓ ਇੱਥੇ ਔਰ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿਓ ਔਰ ਆਪਣੀ ਗਰੋਥ ਨੂੰ ਮੈਜ਼ਰ ਕਰ ਲਓ। ਥੋੜ੍ਹਾ ਜਿਹਾ ਧਿਆਨ ਦਿਓ, ਮੈਨੂੰ ਪਤਾ ਡਿਸਟਰੈਕਸ਼ਨ ਹੈ, ਹੁਣ ਆਪਾਂ ਫਿਨਿਸ਼ ਕਰ ਰਹੇ ਹਾਂ। ਆਪਣੀ ਗਰੋਥ ਨੂੰ ਮੈਜ਼ਰ ਕਰੋ ਕਿ ਪਿਛਲੇ ਸਾਲ ਅਸੀਂ ਇੱਥੇ ਆਏ ਸੀਗੇ ਤਾਂ ਮੈਨੂੰ ਜਰਨਾ ਨਹੀਂ ਆਉਂਦਾ ਸੀ, ਕਿਸੇ ਦੀ ਮੈਨੂੰ ਗੱਲ ਪਤਾ ਲੱਗੀ ਅਤੇ ਮੇਰਾ ਜੀਅ ਕਰਦਾ ਸੀ ਮੈਂ ਜਾ ਕੇ ਰੌਲਾ ਪਾਵਾਂ। ਹੁਣ ਮੈਂ ਇੱਥੇ ਆਈ ਹਾਂ ਤਾਂ ਮੈਨੂੰ ਫਰਕ ਹੀ ਨਹੀਂ ਪੈਂਦਾ, ਮੈਨੂੰ ਗੌਸਿਪ ਦਾ, ਨਿੰਦਾ ਦਾ ਸ਼ੌਂਕ ਹੀ ਨਹੀਂ ਹੈ। ਪਹਿਲਾਂ ਮੈਨੂੰ ਕਿਸੇ ਨੇ ਕੁਝ ਬੋਲਿਆ ਸੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਸੀ, ਜੀਅ ਕਰਦਾ ਸੀ ਇੱਥੋਂ ਹੀ ਭੱਜ ਜਾਵਾਂ। ਹੁਣ ਨਹੀਂ ਪੈ ਰਿਹਾ, ਹੁਣ ਕਿਹਾ ਕਿ ਕੋਈ ਚੱਕਰ ਨਹੀਂ, ਠੀਕ ਹੈ, ਜਿੱਦਾਂ ਕਿਸੇ ਨੇ ਕਿਹਾ, ਕੋਈ ਵੱਡੇ ਨੇ ਕੋਈ ਉਸ ਗੱਲ ਨੂੰ ਲੈ ਲਿਆ, ਦੁਖੀ ਨਹੀਂ ਹੋਏ ਉਸ ਵਿੱਚ। ਉਹ ਕੀ ਹੋ ਗਿਆ? ਗਰੋਥ ਹੋ ਗਈ, ਚੇਂਜ ਆ ਰਹੀ ਹੈ। ਜੇ ਨਹੀਂ ਚੇਂਜ ਆ ਰਹੀ ਆ, ਪਿਛਲੇ ਪਾਸੇ ਨੂੰ ਜਾ ਰਿਹਾ ਕੰਮ, ਫਿਰ ਆਪਣੇ ਆਪ ਨੂੰ ਦੇਖਣਾ ਪਏਗਾ, ਆਪਣੇ ਆਪ ਨੂੰ ਸਵਾਰਨਾ ਪਏਗਾ, ਅੰਦਰ ਵਾਲਾ ਸਵਾਰਨਾ ਪਏਗਾ, ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜੇ ਨਹੀਂ ਕਰਾਂਗੇ ਉਸੇ ਸਾਈਕਲ ਦੇ ਵਿੱਚ ਹੀ ਚੱਲੇ ਜਾਵਾਂਗੇ। ਠੀਕ ਹੈ ਜੀ, ਮੈਨੂੰ ਅੱਗੋਂ ਹੁਕਮ ਆਇਆ ਅਗਲੇ ਸਵਾਲ ਨਹੀਂ ਲੈਣੇ, ਉਹਦੀ ਮੈਂ ਖਿਮਾ ਦੀ ਜਾਚਕ ਹਾਂ। ਅਤੇ ਪਰ ਉਮੀਦ ਕਰਦੀ ਹਾਂ ਕਿ ਜਿੰਨੇ ਵੀ ਕਨੈਕਸ਼ਨ ਵਿਚਾਰ ਸਾਂਝੇ ਹੋਏ ਨੇ ਉਹਦੇ 'ਚੋਂ ਮੈਨੂੰ ਤਾਂ ਤੁਹਾਡੀ ਐਨਰਜੀ ਤੋਂ ਹੀ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ, ਅਤੇ ਆਪ ਜੀ ਵੀ ਗੁਰੂ ਜੀ ਤੋਂ ਕੋਲੋਂ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਕੋਈ ਇੱਕ ਚੇਂਜ ਜਿਹੜੀ ਤੁਹਾਨੂੰ ਇਸ ਵੇਲੇ ਲੋੜ ਹੈਗੀ ਹੈ। ਤੁਹਾਨੂੰ ਡਾਇਰੀਜ਼ ਮਿਲੀਆਂ ਨਾ, ਤੁਸੀਂ ਇਹਦੇ 'ਤੇ ਜਾਣ ਤੋਂ ਪਹਿਲਾਂ ਇੱਕ ਚੇਂਜ ਲਿਖ ਕੇ ਜ਼ਰੂਰ ਜਾਇਓ। ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ। ਇੱਥੇ ਦੇ ਜਾਇਓ, ਗੋਲਕ 'ਚ ਮਾਇਆ ਪਾਣੀ ਨਹੀਂ ਪਾਣੀ ਤੁਹਾਡੀ ਮਰਜ਼ੀ ਹੈ, ਪਰ ਇੱਕ ਚੀਜ਼ ਜਿਹੜੀ ਤੁਹਾਡਾ ਮਨੋਰਥ ਨਹੀਂ ਹੱਲ ਹੋ ਰਿਹਾ ਨਾ, ਕੋਈ ਅਵਗਣ ਐਸਾ ਜਿਹੜਾ ਅੜਚਣ ਕੇ ਬਣ ਕੇ ਬੈਠਾ, ਔਰ ਤੁਹਾਡੇ ਸਵਾਲ ਵੀ ਇਹੀ ਨੇ ਕਿ ਮੈਂ ਪਰਸਨਲ ਚੈਲੰਜਸ ਨੂੰ ਕਿਵੇਂ ਓਵਰਕਮ ਕਰਾਂ, ਇੱਥੇ ਛੱਡ ਜਾਓ। ਸੋਸ਼ਲ ਮੀਡੀਆ ਤੰਗ ਕਰ ਰਿਹਾ, ਕੋਈ ਕਹਿ ਰਿਹਾ ਸੀ ਮੈਨੂੰ, ਮੇਰੇ ਕੋਲ ਹੁੰਦਾ ਹੀ ਨਹੀਂ, ਕਹਿੰਦੇ ਹੋ ਜਾਂਦੀ ਸਕਰੋਲਿੰਗ। ਮੈਂ ਕਿਹਾ ਐਪ ਡਿਲੀਟ ਕਰ ਦਿਓ। ਉਹ ਚੁੱਪ ਕਰ ਗਏ। ਫਿਰ ਜੇ ਕਰ ਸਕਦੇ ਹੋ ਤਾਂ ਹੋ ਜਾਏਗਾ, ਨਹੀਂ ਤਾਂ ਫਿਰ ਗੱਲੀ ਬਾਤੀ ਹੋਈ ਹੈ, ਗੱਲੀ ਮੈਂ ਸੁਹਾਗਣ ਭੈਣੇ, ਉਹ ਵਾਲਾ ਕੰਮ ਨਹੀਂ ਅਸੀਂ ਕਰਨਾ। ਫਿਰ ਉਹ ਉਸ ਦਾ ਸਟੈਪ ਲਈਏ।
ਉਹ ਛੱਡ ਜਾਓ ਤੇ ਇੱਕ ਚੀਜ਼ ਜਿਹੜੀ ਤੁਹਾਨੂੰ ਲੱਗਦੀ ਹੈ ਰਾਈਟ ਨਾਓ ਮੇਰੀ ਲਾਈਫ ਦੇ ਵਿੱਚ ਲੋੜ ਹੈ, ਉਹ ਇੱਕ ਗੁਣ ਉਹ ਲੈ ਕੇ ਚਲੇ ਜਾਓ। ਗੁਰੂ ਸਾਹਿਬ ਦੇ ਤਾਂ ਭੰਡਾਰੇ ਭਰੇ ਨੇ, ਮੰਗ ਕੇ ਲੈ ਜਾਓ। ਠੀਕ ਹੈ ਜੀ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਬਹੁਤ ਅੱਛਾ ਲੱਗਿਆ ਆਪ ਜੀ ਦੇ ਸਾਰਿਆਂ ਦੇ ਦਰਸ਼ਨ ਕਰਕੇ। ਜੇ ਮੇਰੇ ਕੋਲੋਂ ਕੋਈ ਐਸੀ ਗੱਲ ਕਹਿ ਹੋਗੀ, ਤੁਹਾਡਾ ਦਿਲ ਦੁਖਾਇਆ ਗਿਆ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਆਪਣੀ ਮੱਤ ਦੀ ਗੱਲ ਹੋ ਜਾਂਦੀ ਹੈ, ਉਹਦੀ ਖਿਮਾ ਬਖਸ਼ ਦੇਣੀ। ਆਪ ਸਾਰੇ ਸਕੋਲਰ ਹੋ ਅਤੇ ਅਸੀਂ ਤਾਂ ਤੁਰਦੇ ਫਿਰਦੇ ਐਕਸਪੀਰੀਅੰਸ ਹੀ ਹੈ, ਜਿਵੇਂ ਵੀ ਗੁਰੂ ਸਾਹਿਬ ਦੇ ਰਹੇ ਨੇ, ਤਾਂ ਇੰਨੀ ਕੁ ਸੇਵਾ ਪ੍ਰਵਾਨ ਕਰ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।